ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਬੇਸ਼ੁਮਾਰ ਅਥਾ ਅਗੰਤ ਅਤੁਲੈ ਜਿਉ ਲਵੋ ਤਿਉ ਨਾਨਕ ਦਾਸ ਬੋਲੇ ਜਿਉ ਲਵੋ ਤਿਉ ਨਾਨਕ ਦਾਸ ਬੋਲੇ ਬੁਲਾਇਆ ਬੋਲੀ ਤੇਰਾ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀਏ ਖਾਤ ਪੜੀਏ ਜਿਤੇ ਬਰਸ ਬਰਸ ਪੜੀਏ ਜਿਤੇ ਮਾਸ ਪੜੀਏ ਜਿਤੀ ਆਰਜ਼ਾ ਪੜੀਏ ਜਿਤੇ ਸਾਸ। ਨਾਨਕ ਲਿਖੇ ਇੱਕ ਗੱਲ ਹੋਰ ਹੋਵੇਂ ਝਖਣਾ ਚਾਕ। ਨਾਨਕ ਲਿਖੇ ਇੱਕ ਗੱਲ ਹੋਰ ਹੋਵੇਂ ਝਖਣਾ ਚਾਕ। ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਚਵ ਤਖਤ ਛਤਰ ਦੇ ਮਾਲਕ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਬਾਬਿਆਂ ਦੇ ਬਾਬੇ ਸਾਹਿਬੇ ਕਮਾਲ ਵਾਲੀਏ ਦੋ ਜਹਾਨ ਮਨੁੱਖਤਾ ਦੇ ਰਹਿਬਰ ਰਾਜਾ ਨ ਰਾਜ ਭਾਨਾ ਨ ਭਾਨ ਦੇਵਾ ਨ ਦੇਵ ਉਪਮਾ ਮਹਾਨ ਪ੍ਰਤੱਖ ਅਤੇ ਸਮਰੱਥ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਸਤ ਸੰਗੀ ਜਨੋ। ਗੁਰਮੁਖੋ ਆਪ ਜੀ ਸਾਰੇ ਵਡਭਾਗੇ ਹੋ ਜੋ ਗੁਰ ਦਰਬਾਰ ਦੀ ਹਾਜ਼ਰੀ ਭਰਦਿਆਂ ਆਪਣਾ ਜੀਵਨ ਸਫਲਾ ਕਰ ਰਹੇ ਹੋ। ਆਓ ਪਾਵਨ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਂਵਾਕਾਂ ਅਨੁਸਾਰ ਚੱਲ ਰਹੀ ਲੜੀਵਾਰ ਗੁਰਮਤ ਵਿਚਾਰ ਸ੍ਰੀ ਆਸਾ ਕੀ ਵਾਰ ਅੰਮ੍ਰਿਤ ਬਾਣੀ ਦੇ ਸ਼ਬਦਾਂ ਦੀ ਸਾਂਝ ਕਰਨ ਤੋਂ ਪਹਿਲਾਂ ਬੇਨਤੀ ਆਪਣੇ ਸੁਰਤ ਨੂੰ ਇਕਾਗਰ ਚਿੱਤ ਕਰੀਏ, ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ ਤੇ ਦਾਸ ਨੂੰ ਅਸੀਸ ਬਖਸ਼ੋ ਪਿਆਰਿਓ। ਸਤਿਗੁਰਾਂ ਦੀ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਪਰੰਤ ਗੁਰੂ ਚਰਨਾਂ 'ਚ ਅਰਦਾਸ ਕਿ ਹੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਨਿਰੋਲ ਗੁਰਮਤ ਅਨੁਸਾਰ ਇਹ ਪਾਵਨ ਵਿਚਾਰ ਕਰਨ ਦੀ, ਸੁਣਨ ਦੀ, ਸੁਣ ਕੇ ਸਮਝ ਕੇ ਜੀਵਨ ਅੰਦਰ ਢਾਲਣ ਦੀ ਸਦ ਬੁੱਧੀ ਬਖਸ਼ੋ ਕਿ ਸਾ ਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ। ਪ੍ਰਭ कीजे कृपा निधान हम हर गुण गावेंगे। आज जो आप जी ने
ਇਹ ਸ਼ਬਦ ਸਰਵਣ ਕੀਤਾ ਹੈ। ਸ੍ਰੀ ਆਸਾ ਕੀ ਵਾਰ ਦੀ 9ਵੀਂ ਪੌੜੀ ਦਾ ਪਹਿਲਾ ਸ਼ਲੋਕ। ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ। ਗੱਲ ਪੜ੍ਹਾਈ ਲਿਖਾਈ ਦੀ ਹੋ ਰਹੀ ਅੱਜ, ਔਰ ਸਾਡੀ ਇਨਸਾਨੀ ਦੁਨੀਆ ਦੇ ਅੰਦਰ ਪੜ੍ਹਾਈ ਕਰਨੀ ਬੜੀ ਜ਼ਰੂਰੀ ਆ। ਪੜ੍ਹਨਾ, ਗਿਆਨ ਪ੍ਰਾਪਤ ਕਰਨਾ। ਪੜ੍ਹਨ ਤੋਂ ਮੁਰਾਦ ਸੀ ਅਸਲ 'ਚ ਗਿਆਨ ਪ੍ਰਾਪਤ ਕਰਨਾ। ਬੇਨਤੀਆਂ ਨੇ, ਕੋਈ ਵੀ ਕਾਰਜ ਕਰੀਏ ਉਹਦਾ ਮਨੋਰਥ ਕੀ ਆ, ਅਸੀਂ ਕਿਉਂ ਕਰਨਾ ਆ। ਰੋਟੀ ਖਾਣੀ ਆ, ਕਿਉਂ ਖਾਣੀ ਆ? ਕਿਉਂਕਿ ਅੰਨ ਪਾਣੀ ਦੇ ਸਹਾਰੇ ਨਾਲ ਸਾਡਾ ਸਰੀਰ ਚੱਲਦਾ ਆ। ਸਾਡੀ ਇਹ ਫਿਜ਼ੀਕਲ ਸਰੀਰ ਦੀ ਲੋੜ ਹੈ, ਇਸ ਕਰਕੇ ਰੋਟੀ ਖਾਣੀ ਹੈ। ਦੈਟਸ ਆਲ। ਪੜ੍ਹਨਾ ਆ, ਪੜ੍ਹਨਾ ਕਿਉਂ? ਕਿਉਂਕਿ ਸਾਨੂੰ ਗਿਆਨ ਪ੍ਰਾਪਤ ਹੋ ਜਾਵੇ। ਗਿਆਨ ਕੀ ਆ? ਇੱਕ ਰਸਤਾ, ਇੱਕ ਮਾਰਗ, ਇੱਕ ਪ੍ਰਕਾਸ਼। ਪੜ੍ਹਨਾ ਗਿਆਨ ਪ੍ਰਾਪਤੀ ਵਾਸਤੇ। ਪਰ ਬੇਨਤੀ ਗੁਰਬਾਣੀ ਅਨੁਸਾਰ ਉਹ ਕਿਹੜਾ ਗਿਆਨ ਪ੍ਰਾਪਤ ਕਰਨਾ? ਅੱਜ ਗਿਆਨ ਦਾ ਦੂਸਰਾ ਨਾਂ ਨੌਲੇਜ ਵੀ ਕਹਿ ਦਿੰਦੇ ਆਪਾਂ ਅੱਜ ਦੀ ਲੈਂਗੁਏਜ ਦੇ ਹਿਸਾਬ ਨਾਲ। ਹਾਲਾਂਕਿ ਗਿਆਨ ਦਾ ਅਰਥ ਬੜਾ ਗਹਿਰਾ ਆ। ਗੁਰਬਾਣੀ ਅਨੁਸਾਰ ਉਹ ਪ੍ਰਮਾਤਮਾ ਦਾ ਪ੍ਰਕਾਸ਼, ਪ੍ਰਮਾਤਮਾ ਦਾ ਨਾਮ, ਉਹ ਗਿਆਨ ਆ। ਅਸੀਂ ਜਰਨਲ ਨੌਲੇਜ ਨੂੰ ਜਾਂ ਜਾਣਕਾਰੀ ਨੂੰ, ਸੋਝ ਬੋਝ ਨੂੰ ਗਿਆਨ ਕਹਿ ਦਿੰਦੇ ਆ। ਇਸ ਢੰਗ ਦੇ ਨਾਲ ਪੜ੍ਹਨਾ ਬੜਾ ਜ਼ਰੂਰੀ ਆ ਮਨੁੱਖੀ ਜ਼ਿੰਦਗੀ ਵਾਸਤੇ। ਅੱਜ ਪੜ੍ਹਾਈ ਲਿਖਾਈ ਦਾ ਜ਼ਮਾਨਾ ਆ। ਗੁਰੂ ਨਾਨਕ ਸਾਹਿਬ ਨੂੰ ਵੀ ਮਹਿਤਾ ਕਲਿਆਣਦਾਸ ਜੀ ਨੇ ਸੰਸਾਰ ਦੇ ਹਿਸਾਬ ਕਿਤਾਬ ਵਾਸਤੇ, ਮਹਿਤਾ ਕਲਿਆਣਦਾਸ ਨਰੋਲ ਸੰਸਾਰੀ ਹੈ, ਭਾਵੇਂ ਬਾਬੇ ਨਾਨਕ ਦਾ ਪਿਤਾ ਆ ਪਰ ਹੈ ਸੰਸਾਰੀ ਹੈ। ਬੇਨਤੀਆਂ ਨੇ, ਉਹਨੇ ਸੰਸਾਰ ਦੇ ਹਿਸਾਬ ਕਿਤਾਬ ਪੜ੍ਹਨ ਲਾਉਣ ਵਾਸਤੇ, ਸਿੱਖਣ ਵਾਸਤੇ ਪਾਂਦੇ ਕੋ ਵੀ ਘੱਲਿਆ ਸੀ ਤੇ ਕਾਜੀ ਸਾਹਿਬ ਕੋ ਵੀ ਘੱਲਿਆ ਸੀ। ਜਿੱਥੇ ਸੰਸਾਰ ਦਾ ਗਿਆਨ, ਸੰਸਾਰ ਦੀ ਪੜ੍ਹਾਈ ਸਿੱਖਣ ਵਾਸਤੇ ਘੱਲਿਆ ਗਿਆ, ਪਰ ਬਾਬਾ ਨਾਨਕ ਸੰਸਾਰ ਦੀ ਪੜ੍ਹਾਈ ਨਹੀਂ, ਉਹ ਨਿਰੰਕਾਰ ਦੀ ਪੜ੍ਹਾਈ ਕਰਾਉਣ ਆਏ ਸੀ। ਕਿਉਂਕਿ ਸੰਸਾਰ ਦੇ ਲੋਕਾਂ ਨੂੰ ਸੰਸਾਰ ਦੇ ਬਾਰੇ ਪਤਾ ਹੋਣਾ ਹੈ ਨਾ। ਜਿਹੜਾ ਸਬਜੈਕਟ ਆ ਉਹਨੂੰ ਉਹਦੇ ਬਾਰੇ ਪਤਾ ਹੈ ਨਾ। ਇਸੇ ਢੰਗ ਨਾਲ ਕਾਜੀ ਸਾਹਿਬ ਨੂੰ ਵੀ ਪੜ੍ਹਾ ਕੇ ਆਏ ਸੀ ਤੇ ਮੌਲਵੀ ਸਾਹਿਬ ਨੂੰ ਵੀ ਪੜ੍ਹਾ ਕੇ ਆਏ ਸੀ ਬਾਬਾ ਨਾਨਕ। ਮੈਂ ਗੱਲ ਸੰਖੇਪ ਚ ਲੈ ਲਵਾਂ। ਜੇ ਆਪਾਂ ਬਾਬੇ ਨਾਨਕ ਤੋਂ ਪਹਿਲਾਂ ਵੀ ਗੱਲ ਕਰੀਏ, ਕਿਉਂਕਿ ਜਿਹੜੀ ਪੜ੍ਹਾਈ ਆ, ਗੱਲ ਪੜ੍ਹਾਈ ਦੀ ਚੱਲਣੀ ਹੈ, ਸਬਜੈਕਟ ਪੜ੍ਹਾਈ ਦਾ। ਗੁਰਮੁਖ ਨੋਟ ਕਰਿਓ, ਇਹ ਸੋਸ਼ਲ ਮੀਡੀਆ ਤੇ ਵੀ ਗੱਲ ਜਾਰੀ ਹੈ ਤੇ ਜਿਹੜੇ ਸੋਸ਼ਲ ਮੀਡੀਆ ਤੇ ਵੀ ਸੁਣ, ਉਹ ਜਰਾ ਇਹਦੇ ਤੇ ਗੌਰ ਕਰਿਓ। ਪੜ੍ਹਾਈ, ਪੜ੍ਹਨਾ। ਪਹਿਲੀ ਗੱਲ ਕਿ ਪੜ੍ਹਨ ਦਾ ਮਕਸਦ ਕੀ ਆ? ਪੜ੍ਹਨਾ, ਵਿਦਿਆ ਲੈਣੀ, ਗਿਆਨ ਲੈਣਾ। ਸਾਡਾ ਮਨੋਰਥ ਕੀ ਆ? ਜੇ ਤਾਂ ਗੁਰਬਾਣੀ ਤੋਂ ਪੁੱਛ ਗਏ, ਆਪਾਂ ਗੁਰਬਾਣੀ ਤੋਂ ਬਾਹਰ ਨਹੀਂ ਜਾਣਾ ਚਾਹੁੰਦੇ, ਔਰ ਨਾ ਹੀ ਸਤਿਗੁਰ ਸਾਨੂੰ ਬਾਹਰ ਲੈ ਕੇ ਜਾਵੇ। ਇਹ ਵੀ ਸਤਿਗੁਰ ਦੇ ਚਰਨਾਂ 'ਚ ਹੀ ਬੇਨਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਾਇਰੇ ਅੰਦਰ, ਆਪਣੇ ਚਰਨਾਂ ਦੇ ਅੰਦਰ ਹੀ ਰੱਖਣਾ, ਬਾਣੀ ਤੋਂ ਬਾਹਰ ਨਾ ਜਾਈਏ, ਬਾਣੀ ਤੋਂ ਪੁੱਛੀਏ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਦਾ ਤੇ ਮਤਲਬ ਸੀ, ਗਿਆਨ ਦਾ ਮਤਲਬ ਸੀ ਪਰਉਪਕਾਰ ਕਰਨਾ ਸਿੱਖ।
ਕਿਸੇ ਦਾ ਭਲਾ ਕਰਨਾ। ਪਰ ਅੱਜ ਅਸੀਂ ਉਸ ਵਿਦਿਆ ਦਾ ਮਿਆਰ, ਇਸ ਪੜ੍ਹਾਈ ਦਾ ਮਕਸਦ ਹੋਰ ਸਮਝ ਲਿਆ। ਕਿਸੇ ਨੂੰ ਠੱਗਣਾ ਕਿਵੇਂ ਆ, ਕਿਸੇ ਤੋਂ ਕਰਪਸ਼ਨ ਕਿਵੇਂ ਕਰਨਾ। ਬਸ ਸਾਡੀ ਪੜ੍ਹਾਈ ਦਾ ਲਕਸ਼ ਕੁੱਲ ਮਿਲਾ ਕੇ ਧਨ ਮਾਲ ਕਿਵੇਂ ਖਿੱਚਣਾ, ਪੈਸਾ ਕਿਵੇਂ ਖਿੱਚਣਾ, ਕਰਪਸ਼ਨ। ਅੱਜ ਦੀ ਪੜ੍ਹਾਈ ਸਾਨੂੰ ਇਹ ਧਨ ਮਾਲ ਖਿੱਚਣ। ਉਹ ਧਨ ਮਾਲ ਕਿਉਂ? ਸਾਡੇ ਅੰਦਰ ਲੱਭ ਵੱਧ ਗਿਆ, ਲੋਭ ਵੱਧ ਗਿਆ। ਲੱਭ ਵੱਧ ਗਿਆ, ਲਾਲਚ, ਲੋਭ ਵੱਧ ਗਿਆ। ਅੱਜ ਸਾਡੀ ਪੜ੍ਹਾਈ ਇੱਥੇ ਵਰਤੀ ਜਾ ਰਹੀ ਹੈ। ਪੜ੍ਹਾਈ ਵਰਤਣੀ ਸੀ ਉਪਕਾਰ ਕਰਨ ਵਾਸਤੇ, ਗੁਰਬਾਣੀ ਅਨੁਸਾਰ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਔਰ ਵਿਦਿਆ ਨੂੰ ਤੀਸਰਾ ਨੇਤਰ ਵੀ ਕਿਹਾ ਜੋ। ਇਹ ਗਿਆਨ ਇੱਕ ਤੀਸਰਾ ਨੇਤਰ ਆ। ਕੁਝ ਵਿਦਵਾਨਾਂ ਨੇ ਇਹਨੂੰ ਦਸਮ ਦੁਆਰ ਵੀ ਕਿਹਾ ਜੋ। ਪਰ ਅਸੀਂ ਵਰਤ ਹੋਰ ਪਾਸੇ ਰਹੇ ਹਾਂ, ਹੋਰ ਪਾਸੇ ਰਹੇ ਹਾਂ। ਇਹ ਗਿਆਨ ਪ੍ਰਾਪਤ ਕਰਨਾ ਸੀ। ਔਰ ਗਿਆਨ ਪ੍ਰਾਪਤ ਕਰਨ ਵਾਸਤੇ ਕੁਝ ਕਰਮ ਕੀਤੇ ਜਾਂਦੇ ਨੇ। ਗਿਆਨ ਦੀ ਪ੍ਰਾਪਤੀ ਵਾਸਤੇ ਕਰਮ ਕੀਤੇ ਜਾਂਦੇ ਨੇ। ਥੋੜੀ ਜੀ ਗੱਲ ਸਾਹਮਣੇ ਆਈ, ਬਾਬਾ ਰਵਿਦਾਸ ਜੀ ਉਹਨਾਂ ਨੇ ਸੰਸਾਰ ਦੀਆਂ ਮਿਸਾਲ, ਔਰ ਜਿਤਨੇ ਵੀ ਮਹਾਂਪੁਰਸ਼ ਹੋਏ ਨੇ, ਸੰਸਾਰ ਦੀਆਂ ਉਦਾਹਰਨਾਂ ਦੇ ਕੇ ਸਮਝਾਇਆ। ਕਿਉਂ? ਅਸੀਂ ਸੰਸਾਰੀ ਹਾਂ ਤੇ ਜਿਹੜੇ ਪ੍ਰਤੱਖ ਚੀਜ਼ ਦਿਖਦੀ ਹੈ ਨਾ, ਉਹ ਬੜੀ ਛੇਤੀ ਸਮਝ ਆ ਜਾਂਦੀ ਹੈ। ਜਿਵੇਂ ਬਾਬਾ ਜੀ ਦਾ ਵਚਨ ਹੈ, ਫਲ ਕਾਰਨ ਫੂਲੀ ਬਨ ਰਾਏ, ਫਲ ਭਇਆ ਤੋ ਫੂਲ ਵਿਨਾਸ਼। ਆ ਦਰਖਤ ਦੇ ਨੇਮ ਨੇ ਕੁਦਰਤ ਦੇ। ਜਿੰਨੇ ਵੀ ਬਨਸਪਤੀ ਹੈ, ਕੋਈ ਫਲ ਆਉਂਦਾ ਨਾ, ਪਹਿਲਾਂ ਉਹਨੂੰ ਫੁੱਲ ਲੱਗਦੇ ਨੇ। ਫੁੱਲ ਲੱਗਣ ਤੋਂ ਬਾਅਦ ਫਲ ਆਉਂਦਾ, ਤੇ ਫਲ ਜਦੋਂ ਆ ਜਾਂਦਾ, ਫੁੱਲਾਂ ਦਾ ਨਾਸ ਹੋ ਜਾਂਦਾ। ਅਮੂਮਨ ਅੱਜ ਕੱਲ ਸਰੋਂ ਚੱਲ ਰਹੀ ਹੈ। ਸਰੋਂ ਹੁਣ ਤੇ ਪੱਕਣ ਤੇ ਆ ਚੱਲੀ ਆ, ਹੌਲੀ ਹੌਲੀ ਵੱਢਣ ਦੀ ਵੀ ਤਿਆਰੀ ਆ। ਪਿੱਛੇ ਆਪਾਂ ਦਸੰਬਰ ਚ ਵੇਖਿਆ ਸੀ, ਜਨਵਰੀ ਚ ਫੁੱਲਾਂ ਤੇ ਐ ਸਾਡੇ ਖੇਤ ਪੀਲੇ 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 ਹੋਏ ਪਏ ਨੇ। ਫਲੀਆਂ ਪੈ ਗਈਆਂ, ਫੁੱਲ ਆਪੇ ਡਿੱਗ ਪਏ। ਫਲ ਕਾਰਨ ਫੂਲੀ ਬਨ ਰਾਏ, ਫਲ ਭਇਆ ਤਾਂ ਫੂਲ ਵਿਨਾਸ਼। ਗਿਆਨ, ਬਾਬਾ ਜੀ ਕਹਿ ਰਹੇ ਨੇ, ਗਿਆਨੇ ਕਾਰਨ कर्म अभ्यास, ज्ञान भया तो कर्मे नाश। ज्ञान लेना से इस ढंग दे नाल गल संसार दा ज्ञान, निरंकार दा ज्ञान लैण वास्ते, सूझ लैण वास्ते सानू पढ़ाई दे कर्म दा सहारा लेना पिया, अखरां दा सहारा। कोई चीज बयान करनी आ, इन्हां अल्फाबैटिक जिहड़े अखर बने ने, जिन्हां दे विचों आपां अज जे कह दईए ना गुरमुखी, पंजाबी पहला हैगी सी, गुरमुखी लिपि धन गुरु अंगद साहब जी ने बख्शिश की साडी झोली च। उन्हां अखरां दा ज्ञान बख्शिश किया। हालांकि इन्हां अखरां नूं बोलिया तो जांदा सी पहला भी, पर लिपि नहीं सी। लिपि गुरु अंगद साहब जी ने दी है। पहले इसे गुरमुखी का नाम सी सुरमुखी। सुरमुखी अखर सी, बोल सी, पर अखरां दी पोशाक गुरमुखी दी गुरु अंगद साहब ने पाई। हुण बाबा कबीर साहब वाल आ जाइए थोड़ा जिहा। बाबा कबीर साहब जी ने भी यह गल की, जिहड़ा कि तकरीबन 1200-1300 सदी दे होए ने, बहुत पुराने भगत ने। उन्होंने भी एक गल कही बड़ी सोहनी, 52 अखरी आ, जो कि राग आसा दे अंदर आ। धन गुरु ग्रंथ साहब जी का जे जिक्र करिए तो 740 अंक ते। बाणी का नाम है राग गौड़ी पूर्वी 52 अखरी कबीर जियो की।
ਅੱਖਰ ਤਾਂ ਵੈਸੇ ਤਕਰੀਬਨ ਆਪਾਂ ਜੇ ਹਿੰਦੀ ਦੇ ਵੇਖੀਏ ਜਾਂ ਅੰਗਰੇਜ਼ੀ ਦੇ ਵੇਖੀਏ ਜਾਂ ਸਾਡੀ ਆਪਣੀ ਪੰਜਾਬੀ ਦੀ ਗੱਲ ਕਰੀਏ, ਗੁਰਮੁਖੀ ਦੀ, ਸਾਡੀ ਪੰਜਾਬੀ ਦੀ 35 ਅੱਖਰ ਆ, 35, ਪਰ ਬਾਬਾ ਜੀ 52 ਅੱਖਰ ਹੀ ਕਹਿੰਦੇ ਨੇ। ਲਗਾ ਮਾਤਰਾ ਨੂੰ ਲਾ ਕੇ ਸਾਰੀਆਂ ਅਗਲੀਆਂ ਪਿਛਲੀਆਂ ਤਕਰੀਬਨ ਇਹ 52 ਅੱਖਰ ਬਣ ਜਾਂਦੇ ਨੇ। ਔਰ ਇਹਨਾਂ ਲਗਾ ਮਾਤਰਾ ਸਮੇਤ ਇਹ ਜਿਹੜੇ 52 ਅੱਖਰ ਬਣਦੇ ਆ ਨਾ, ਇਹਨਾਂ 52 ਅੱਖਰਾਂ ਦੇ ਵਿੱਚ ਹੀ ਬਾਬਾ ਕਬੀਰ ਸਾਹਿਬ ਜੀ ਨੇ ਗੱਲ ਕੀਤੀ ਆ। ਬਾਬਾ ਜੀ ਕਹਿਣ ਲੱਗੇ 52 ਅੱਖਰ ਲੋਕ ਤ੍ਰੈ ਸਭ ਕਿਛ ਇਨਹੀ ਮਾਏ। 52 ਅੱਖਰ, 52 ਅੱਖਰ, ਅੱਖਰ ਮਾਨੇ ਅੱਖਰ, ਤ੍ਰੈ ਲੋਕ ਸਭ, ਸਾਰੇ ਤ੍ਰੈ ਲੋਕ, 3 ਲੋਕ ਮੰਨੇ ਨੇ ਅਮੂਮਨ ਅਸੀਂ, ਤ੍ਰੈ ਲੋਕ ਸਭ, ਸਾਰਾ ਦਾ ਸਾਰਾ ਕੁਝ ਇਹਦੇ ਤਿੰਨਾਂ ਲੋਕਾਂ 'ਚ ਜੋ ਕੁਝ ਵੀ ਹੈਗਾ ਆ, ਸਭ ਕਿਛ ਇਨੀ ਹੀ ਮਾਏ, ਇਹਦੇ ਵਿੱਚ ਹੀ, ਇਹਦਾ 52 ਅੱਖਰਾਂ ਦੇ ਵਿੱਚ ਹੀ ਬਿਆਨ ਹੁੰਦਾ। ਇਹ 'ਚ ਭਾਵੇਂ ਮਾਫ ਕਰਨਾ ਧਾਰਮਿਕ ਗ੍ਰੰਥ ਵੀ ਆਉਣਗੇ ਤੇ ਅਸ਼ਲੀਲ ਸ਼ਬਦ ਵੀ ਆਉਣਗੇ, ਗਾਲੀ ਗਲੋਚ ਜਿਹਨੂੰ ਕਹਿੰਦੇ ਆ, ਅਸ਼ਲੀਲ ਬਾਤਾਂ, ਗੰਦੀਆਂ ਗੱਲਾਂ। ਮਾਫ ਕਰਨਾ, ਜੇ ਗੰਦੀ ਚੀਜ਼ ਨੂੰ ਵੀ ਬਿਆਨ ਕਰਨਾ ਆਪਾਂ, ਅੱਖਰਾਂ ਦੀ ਪੁਸ਼ਾਕ ਤੇ ਪਾਉਣੀ ਪੈਣੀ ਹੈ ਨਾ। ਮਰਦ ਸ਼ਬਦ ਬੋਲਣੇ ਨੇ ਪਰ ਅੱਖਰਾਂ ਦੀ ਪੁਸ਼ਾਕ ਤਾਂ ਉਹਨਾਂ ਨੂੰ ਪਾਉਣੀ ਪੈਣੀ ਹੈ। ਜੇ ਗਿਆਨ ਦੀ ਗੱਲ, ਰੱਬ ਦੇ ਨਾਂ ਦੀ ਗੱਲ, ਭਾਵੇਂ ਰੱਬ ਦੇ ਨਾਂ ਅਨੇਕ ਨੇ ਤੇ ਜੋ ਸਾਡੀ ਝੋਲੀ 'ਚ ਨਾਂ ਪਾਇਆ ਬਾਬੇ ਨਾਨਕ ਨੇ ਵਾਹਿਗੁਰੂ, ਹੁਣ ਵਾਹਿਗੁਰੂ ਕਹਿਣਾ ਤੇ ਉਹਨਾਂ ਨੂੰ ਵੀ ਤਾਂ ਅੱਖਰ ਦੀ ਪੁਸ਼ਾਕ ਪਾਉਣੀ ਪੈਣੀ ਹੈ ਨਾ। ਬਾਵਾ ਆ, ਕੰਦਾ ਆ, ਹਾਹਾ ਆ, ਸਿਹਾਰੀ ਆ, ਗੱਗਾ ਆ, ਉਹਨੂੰ ਔਂਕੜ ਆ, ਫਿਰ ਇਸੇ ਤਰ੍ਹਾਂ ਅਰਾਰਾ ਆ, ਉਹਨੂੰ ਦੁਲਾ ਖੜੇ ਆ। ਗੁਰੂ ਪੁਸ਼ਾਕ ਤੇ ਪਾਉਣੀ ਪੈਣੀ ਹੈ, ਪਰ ਇਹਨਾਂ 52 ਅੱਖਰਾਂ ਦੇ ਵਿੱਚ ਹੀ ਇਹ ਤਿੰਨਾਂ ਲੋਕਾਂ ਨੂੰ ਬਿਆਨ ਕੀਤਾ ਜਾਂਦਾ ਹੈ। 52 ਅੱਖਰ ਲੋਕ ਤ੍ਰੈ ਸਭ ਕਿਛ ਇਨਹੀ ਮਾਹੇ। ਲੇਕਿਨ ਇੱਕ ਦਿਨ ਨਾ ਜਦੋਂ ਰੱਬ ਤੱਕ ਪਹੁੰਚਦੇ ਆ ਕਹਿਣ ਲੱਗੇ ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੇ ਨਾਏ। ਜਿਹੜਾ ਰੱਬ ਦਾ ਸ਼ਬਦ ਹੈ ਨਾ ਅਨੰਦ ਨਾਦ, ਉਹ ਸ਼ਬਦਾਂ 'ਚ ਬਿਆਨ ਨਹੀਂ, ਜੋ ਬੋਲੀ 'ਚ ਜ਼ਰੂਰ ਆਏਗਾ ਪਰ ਉਹਨੂੰ ਤੁਸੀਂ ਲਿਖ ਤੇ ਪੜ੍ਹ ਨਹੀਂ ਸਕਦੇ। ਇਸੇ ਢੰਗ ਨਾਲ ਅਗਲੀ ਚੌਥੀ 5ਵੀਂ ਪੌੜੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਗੱਲ ਕਹੀ ਹੈ। ਤੈ ਲੋਕ ਹੀ ਸੀ ਨਾ, ਤੇ ਬਾਬਾ ਕਬੀਰ ਸਾਹਿਬ ਜੀ ਦੇ ਵੇਲੇ ਇਹ ਦੋ ਚੀਜ਼ਾਂ ਸੀ। ਅੱਗੇ ਚੱਲ ਕੇ ਭਾਵੇਂ ਸਾਡਾ ਗੁਰੂ ਨਾਨਕ ਸਾਹਿਬ ਦਾ ਘਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਵੀ ਆਇਆ, ਪਰ ਉਸ ਵਕਤ ਨਹੀਂ ਸੀ। ਬਾਬਾ ਕਬੀਰ ਸਾਹਿਬ ਦੇ ਵੇਲੇ ਭਾਵੇਂ ਉਹਨਾਂ ਦੀ ਬਾਣੀ ਫੇਰ ਦਰਜ ਹੋ ਗਈ ਆ, ਬੜੀ ਬਰੀਕੀ ਦੇ ਨਾਲ ਸੁਣਿਓ। ਉਸ ਵੇਲੇ ਦੋ ਚੀਜ਼ਾਂ ਸੀ, ਦੋ। ਹੁਣ ਰੱਬ ਦੀ ਗੱਲ ਅਸਲ 'ਚ ਦੋ ਸੀ, ਹਿੰਦੂ ਤੇ ਮੁਸਲਮਾਨ। ਤੇ ਹਿੰਦੂ ਵੀਰ ਸੀ ਜਿਹੜੇ ਉਹ ਕੁਰਾਨ ਸ਼ਰੀਫ ਮੁਹੰਮਦ ਸਾਹਿਬ ਦੇ ਦਿੱਤੀ ਹੋਈ ਦਾਤ ਐਲਾਮ, ਤੇ ਉਹਨਾਂ ਦੀ ਆਪਣੀ ਮਰਿਆਦਾ ਸੀ ਜਿਹਦੇ ਵਿੱਚ 4 ਪੜਾਅ ਦੱਸੇ ਗਏ ਸੀ, ਜਿਹਦੇ ਵਿੱਚ ਸ਼ਰੀਅਤ, ਮਾਰਫਤ, ਤਰਕੀਅਤ ਤੇ ਹਕੀਕਤ, ਹੱਕ, ਸੱਚ ਤੱਕ ਪਹੁੰਚਣਾ। ਸ਼ਰਅ ਦੇ ਵਿੱਚ ਆਉਣਾ, ਮਾਰਫਤ ਮਾਲਕ ਦੀ ਰਾਹੀਂ ਆਉਣਾ, ਜਿਹਨੂੰ ਰਿਕਮੈਂਡ ਕਹਿੰਦੇ ਨਾ, ਕਿਹਦੇ ਰਾਹੀਂ ਆਇਆ। ਫਿਰ ਤਰਕ, ਇਹ ਹਿਰਦੇ ਦੇ ਨਾਲ ਤਰਕ, ਚੰਗੇ ਮਾੜੇ ਦੀ ਗੱਲ। ਤੇ ਤਰਕ ਪਤਾ ਕੀ ਹੈ? ਵਿਵੇਕ। ਤਰਕ ਦਾ ਅਸਲ 'ਚ ਵਿਵੇਕ। ਪਰ ਇਹ ਨਹੀਂ ਕਿ ਸਾਰਿਆਂ ਨੂੰ ਨਿੰਦੀ ਜਾਓ ਤਰਕ ਆ ਹੁੰਦਾ ਆ, ਨਹੀਂ। ਚੰਗੇ ਮਾੜੇ ਦੀ ਪਛਾਣ, ਕੀ ਸੱਚ ਹੈ ਤੇ ਕੀ ਝੂਠ ਆ, ਫੈਸਲਾ ਕਰਨਾ। ਅੱਜ ਮੈਂ ਇੱਕ ਚੀਜ਼ ਪੜ੍ਹ ਰਿਹਾ ਸਾਂ, ਆ ਸੋਸ਼ਲ ਮੀਡੀਆ ਤੇ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਤੇ ਮਾੜੀਆਂ ਵੀ ਆਉਂਦੀਆਂ ਨੇ। ਮੈਂ ਪੜ੍ਹ ਰਿਹਾ ਸਾਂ ਔਰ ਰੱਬ ਨੇ ਬੜੇ ਸਿਸਟਮ ਬਣਾਇਆ। ਕੋਈ ਚੀਜ਼ ਠੰਡੀ ਆ ਨਾ, ਤੁਹਾਡੇ ਹੱਥ ਦੱਸ ਦੇਣਗੇ ਠੰਡਾ ਲੱਗ ਰਿਹਾ, ਗਿਆਨ ਆ। ਤੱਤੀ ਆ,
ਤਾਂ ਵੀ ਪਤਾ ਲੱਗ ਜਾਏਗਾ ਗਰਮ ਹੈ, ਖੱਟਾ ਆ, ਮਿੱਠਾ ਆ, ਸਲੂਣਾ ਆ, ਇਹ ਤੁਹਾਡੀ ਰਸਨਾ ਦੱਸ ਦੇਗੀ। ਉਹ ਚੀਜ਼ ਸਖਤ ਆ, ਨਰਮ ਆ, ਇਹ ਦੰਦ ਦੱਸ ਦੇਣਗੇ। ਮਾਲਕ ਨੇ ਬੜੀ ਸੋਹਣੀਆਂ ਚੀਜ਼ਾਂ ਦਿੱਤੀਆਂ ਨੇ। ਉਹ ਚੀਜ਼ ਸੁੰਦਰ ਆ, ਮਾੜੀ ਆ, ਤੁਹਾਡੀਆਂ ਅੱਖਾਂ ਦੱਸ ਦੇਣਗੀਆਂ। ਸ਼ਬਦ ਕਿਹੋ ਜਿਹੇ ਨੇ, ਇਹ ਕੀ ਦੇ ਰਹੇ ਸੰਦੇਸ਼, ਇਹ ਤੁਹਾਡੇ ਕੰਨ ਦੱਸ ਦੇਣਗੇ। ਪਰ ਹਰਾਮ ਦਾ ਪੈਸਾ, ਹਰਾਮ ਦਾ ਖਾਣਾ ਨਾ ਤੁਹਾਡੇ ਕੰਨ ਦੱਸਣਗੇ, ਤੁਹਾਡੀ ਜ਼ਬਾਨ ਦੱਸੇਗੀ। ਪਾ ਲਓ, ਉਹਨੇ ਤਾਂ ਖੱਟਾ ਮਿੱਠਾ ਦੱਸਣਾ, ਉਹਨੇ ਇਹ ਨਹੀਂ ਦੱਸਣਾ ਇਹ ਹਰਾਮ ਦਾ ਆ ਕਿ ਹਲਾਲ ਦਾ ਆ। ਇਹ ਤੁਹਾਡਾ ਮਨ ਦੱਸੇਗਾ, ਵਿਚਾਰ ਦੱਸੇਗਾ। ਇਹ ਆਪ ਅਸੀਂ ਇਹਦੇ ਤੇ ਫੈਸਲਾ ਕਰਨਾ। ਤੇ ਉੱਥੇ ਵਿਵੇਕ ਚਾਹੀਦਾ ਕਿ ਇਹ ਮਾੜਾ ਆ ਕਿ ਇਹ ਚੰਗਾ ਆ। ਇਹ ਦੇਖੇ ਕਿ ਇਹ ਜ਼ਹਿਰ ਹੈ, ਇਹ ਹਰਾਮ ਹੈ ਕਿ ਇਹ ਹਲਾਲ ਹੈ। ਆਓ ਅੱਗੇ ਚੱਲੀਏ, ਸਮਾਂ ਬਹੁਤ ਘੱਟ ਆ। ਬਾਬਾ ਕਬੀਰ ਸਾਹਿਬ ਨੇ ਕਿਹਾ, ਤੁਰਕ ਤਰਕੀਅਤ ਜਾਨੀਏ ਹਿੰਦੂ वेद पुराण। तुर्क तरकीयत जानिए, जानिए शब्द दैली दीपक आएगा हिंदुओं वास्ते भी ते मुसलमानों वास्ते। पहला तर्क, तुर्क तरकीयत जानिए। तुर्क उसे नूं समझो जेड़ा इस तर्क दे विचों दी निकलदा, इह विवेक बुद्धि दे विचों दी निकलदा। इस तरह जानिए हिंदू वेद पुराण, उन्हां दे धार्मिक ग्रंथ ने इस्लाम दा कुरान शरीफ, आयतां लिखियां, चंगे माड़े की पछाण की, उहदे ते चलिया, किवें चलना कितना नहीं चलना, सारी चीज नूं बयान। असल मुसलमानी ओह आ। जे हिंदुआं की गल करिए, जानिए हिंदू वेद पुराण, उन्हां दे जिहड़े धार्मिक ग्रंथ ने उन्हां नूं पढ़न वास्ते, पढ़ता रहे, उच ज्ञान लवे तां जाणगे। ते इहदे वास्ते ते सानू कुछ ना कुछ अपने मन नूं समझाउण दी खातर हुण पढ़ना पैना। गल आउंदी है पढ़न ते। हुण जे तुसीं पढ़े नहीं, जे तुहानूं अखरां दा ज्ञान ही नहींगा, ते तुसीं कुरान की पढ़ लैनी है? ते तुसीं वेद कतेब जिहड़े धार्मिक ग्रंथ ने की पढ़ लैणे? ते जे अज दी गल करिए प्रजेंटली, तुसी गुरमुखी लिपि नूं जानदे ही नहीं, पंजाबी नूं, ते तुसी गुरु ग्रंथ साहिब दी बाणी की पढ़ लोगे? जो गुरु ग्रंथ साहिब दे अंदर ज्ञान दिता है पढ़ लोगे? बिना पढ़े कोई ज्ञान आएगा? इस करके बाबा जी कहने लगे, मन समझावन कारण, ये मन नूं समझाउणा है ना। मन भजदा फिरदा दौड़दा, और दौड़दा की आ? माफ करना, साडे हथ पैर गोडे ते थक जांदे भजदियां, पर आ मन नहीं जो थकदा। अखां वेंदियां वेंदियां थक जांदियां, दीदा नहीं बस, कन सुनदे सुनदे थक जांदे नहीं, जीबा खांदी खांदी बोलदी बोलदी थक जांदी, पर एक नहीं थकदा ते मन ही नहीं थकदा। इस मन नूं समझाउणा सी सारा कुछ। जदों मन समझ गया ना, तुहाडी अख भी सही वेखेगी, तुहाडा कन भी सही सुनेगा, तुहाडी रसना भी सही बोल बोलेगी। ये मन ही नहीं जो कुछ करन देंदा, ये मन नूं समझाउणा। हुण कबीर साहब जी दा वचन, मन समझावन कारण कच्चू का पढ़िए ज्ञान। उस ते पढ़ना पैना, की किया ते की नहीं किया। हुण आपां जे इस तरह लै लईए, सतगुरु सच्चे पातशाह जी ने बड़ियां बख्शिशां कीतियां गुरमुखों, लोकां ने पढ़ना शुरू किया, जिहदे विच कहंदे गुरु अर्जन साहिब जी, पाठ पढ़ियो अर वेद विचारे, जो कि राग सोरठ अंदर। हुण पढ़ना शुरू किया, पाठ पढ़ना, वेदां दी विचार, यानी कि धार्मिक ग्रंथ। इत्थे केवल 4 वेदां तक ही ना सीमित रहो, वेदां दी विचार यानी धार्मिक ग्रंथां दी विचार। उहदे विच साडा सरमोर ग्रंथ, ग्रंथां दे विच सरमोर ग्रंथ, जिन्हों गुरु दा खिताब मिलिया, बहुत वड्डी दात, जुगो जुग अटल धन गुरु ग्रंथ साहिब जी भी आउणगे, इहदी भी विचार। पर कीता की
ਅਸਲ ਤੱਤ ਅਸੀਂ ਕੇਵਲ ਪੜਨ ਤੇ ਜ਼ੋਰ ਦਿੱਤਾ ਆ, ਵਿਚਾਰਿਆ ਨਹੀਂ। ਜਿਹਦੇ ਵਿੱਚ ਰਾਗ ਸੋਠ ਦੇ ਅੰਦਰ ਇਹ ਹੁਕਮਨਾਮਾ ਵੀ ਆਉਂਦਾ ਕਈ ਵਾਰ, ਜਿਹਦੇ ਵਿੱਚ ਸਤਿਗੁਰੂ ਜੀ ਨੇ ਕੀ ਗੱਲ ਕਹੀ? ਸਤਿਗੁਰ ਸੱਚੇ ਪਾਤਸ਼ਾਹ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ। ਕਰਮ ਕਾਂਡ ਬੜੇ ਕੀਤੇ ਆ, ਕਰਮ ਤੇ ਕਰ ਰਿਹਾ, ਪੜਨਾ ਵੀ ਇੱਕ ਕਰਮ ਆ। ਹੋਰ ਵਿਧੀਆਂ ਵੀ ਬੜੀਆਂ ਕੀਤੀਆਂ। ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਜੰਗਮ ਸਾਧੇ। ਪਰ ਫਿਰ ਵੀ ਕੀ ਹੋਇਆ? ਪੰਜ ਜਨਾਸਿਓ ਸੰਗ ਨਾ ਛੁਟਕਿਓ, ਅਦਿਕ ਅਬੁੱਧ ਬਾਧੇ। ਪੰਜ ਸੰਗ ਸੀ ਨਾ, ਕਾਮ, ਕ੍ਰੋਧ, ਲੋਭ, ਮੋਹ, ਇਹ ਵਿਸ਼ੇ ਵਿਕਾਰ, ਇਹਨਾਂ ਦਾ ਸੰਗ ਫਿਰ ਵੀ ਨਹੀਂ ਛੁੱਟਿਆ। ਫਿਰ ਵੀ ਅਸੀਂ ਕਾਮੀ ਆ, ਫਿਰ ਵੀ ਅਸੀਂ ਕ੍ਰੋਧੀ ਆ, ਫਿਰ ਵੀ ਅਸੀਂ ਹੰਕਾਰੀ ਆ। ਅੱਜ ਦੇ ਬਾਣੀ ਪੜ੍ਹਨ ਵਾਲਿਆਂ ਨੂੰ ਬੜਾ ਹੰਕਾਰ ਆ। ਮੇਰੇ ਵਰਗਾ ਕੀਰਤਨ ਕੋਈ ਨਹੀਂ ਕਰਦਾ, ਮੇਰੇ ਵਰਗੀ ਕਥਾ ਕੋਈ ਨਹੀਂ ਕਰਦਾ, ਜਿੰਨੇ ਮੈਂ ਪਾਠ ਕਰਦਾ ਉਹਦਾ ਕੋਈ ਕਰਦਾ ਹੀ ਨਹੀਂ। ਆ ਵੀ ਹੰਕਾਰ ਆ। ਇਹ ਪਾਠ ਪੜ੍ਹ ਕੇ ਵਿਚਾਰ ਕਰਕੇ ਹੰਕਾਰ ਮਾਰਨਾ ਸੀ, ਹੰਕਾਰ ਨੂੰ ਹੋਰ ਵਧਾਤਾ। ਪੰਜ ਜਨਾਸਿਓ ਛੰਗ ਨਾ ਛੁਟਕਿਓ, ਅਧਿਕ ਹੋਰ ਜ਼ਿਆਦਾ, ਅਬੁੱਧ ਭੈੜੀ ਮੱਤ ਹੰਕਾਰੀ ਆ, ਹੰਕਾਰ ਵਾਲੀ ਮੱਤ, ਅਬੁੱਧ ਵੱਧ, ਇਹਦੇ ਵਿੱਚ ਵੱਧ ਗਏ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਸਮਝਾਇਆ। ਕਹਿਣ ਲੱਗੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਅੱਜ ਜੋ ਕੁਝ ਤੁਸੀਂ ਕਰ ਰਹੇ ਜੋ ਨਾ, ਔਰ ਹੁਣ ਤੱਕ ਸਾਰਾ ਸੰਸਾਰ ਹੀ ਕਰ ਰਿਹਾ, ਔਰ ਅੱਗੇ ਵੀ ਕਰਦਾ ਰਹੇਗਾ ਜਿੰਨਾ ਚਿਰ ਟਿਕਾਣੇ ਤੇ ਨਾ ਪਹੁੰਚਿਆ। ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇਸ ਤਰੀਕੇ ਨਾਲ ਜਿਵੇਂ ਤੁਸੀਂ ਚੱਲਦੇ ਜੋ ਨਾ, ਉਸ ਪਿਆਰੇ ਨੂੰ ਨਹੀਂ ਮੇਲ ਹੋਣਾ, ਉਸ ਪਿਆਰੇ ਦਾ ਨਹੀਂ ਮੇਲ ਹੋਣਾ। ਤੁਸੀਂ ਜਿੱਥੇ ਖਲੋਤੇ ਜੋ ਉੱਥੇ ਹੀ ਖਲੋਤੇ ਰਹੇ ਹੋ। ਹਾਰ ਕੇ ਫਿਰ ਜਿਹੜੀ ਗੱਲ ਕਹੀ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਬਵੇਕਾ। ਜਰਾ ਤਵੱਜੋ ਦਿਓ ਭਾਈ। ਹਾਰ ਕੇ ਸੱਚੇ ਪਾਤਸ਼ਾਹ, ਮੈਂ ਸੁਆਮੀ ਜੀ ਤੇਰੇ ਦਰ ਤੇ ਆ ਗਿਆ, ਸਗਲ द्वार को ਛੱਡ ਕੇ ਗਇਓ ਤੁਹਾਰੋ द्वार। हार परो स्वामी के द्वारे, दीजे बुद्ध बबेका। ते सिख पंथ के अंदर बबेक का दान मंगया, चंगे माड़े की पछाण, ये तरकीयत। असी बहुत छेती लाई लग हो जाने, असी वेखदे नहीं ये सच आ कि ये झूठ आ, ये चोर आ कि ये साध आ। साडे को बबेक नहीं गी, चंगे माड़े की परख नहीं गी कि वास्तविक चंगा कौन है ते माड़ा कौन है, भला कौन कर रहा ते बुरा कौन कर रहा। बवेक ये दो शब्दों का बने। बिब एक, बिब माने दुबदा, और दुबदा तो हट के एक ना जुड़ जाना। बवेक अरदास की ना, सिखां नूं सिक्खी दान, विसाहो दान, भरोसा दान, दाना सिरदान, नामदान, श्री अमृतसर साहब जी दे दर्शन इशनान, ਉਹਦੇ ਵਿੱਚ ਵਿਵੇਕਤਾ ਦਾ ਦਾਨ ਮੰਗਿਆ। ਫਿਰ ਬੇਨਤੀ, ਅਸੀਂ ਕੇਵਲ ਪੜਨ ਤੇ ਜ਼ੋਰ ਦਿੱਤਾ, ਪਰ ਪੜਦਿਆਂ ਹੰਕਾਰ ਵੀ ਬਣ ਗਿਆ। ਜਿਵੇਂ ਕਿਸੇ ਵੇਲੇ ਗੁਰੂ ਅਮਰਦਾਸ ਜੀ ਦੇ ਵੇਲੇ ਵੀ ਇੱਕ ਕਹਾਣੀ ਆਈ ਸੀ ਪੰਡਤ ਦੀ, ਬੈਣੀ ਪੰਡਤ, ਜਿਹਨੂੰ ਆਪਣੀ ਪੜ੍ਹਾਈ ਤੇ ਬੜਾ ਮਾਣ, ਹੰਕਾਰ, ਵੇਦਾਂ ਸ਼ਾਸਤਰਾਂ ਦੇ ਨਾਲ। ਉਹ ਕੀ ਕਰਦਾ ਸੀ, ਗਿਆਨ ਚਰਚਾ ਕਰਦਾ ਸੀ ਤੇ ਉਹਦੇ ਗ੍ਰੰਥ ਖੋਲ ਲੈਂਦਾ ਸੀ, ਗਿਆਨ ਚਰਚਾ ਉਹਦੇ ਨਾਲ ਜਿੱਤ ਲੈ। ਅਸਲ ਜਿਹੜਾ ਗਿਆਨ ਸੀ ਉਹਦੇ ਪੱਲੇ ਨਹੀਂ ਸੀ, ਪੜ੍ਹਾਈ ਦਾ ਹੰਕਾਰ ਬੜਾ ਸੀ। ਗੁਰੂ ਅਮਰਦਾਸ ਜੀ ਨੇ ਉਹਨੂੰ ਵੀ ਸਿੱਧੇ ਰਸਤੇ ਤੇ ਪਾਇਆ। ਸਮੇਂ ਮੈਂ ਮੁੱਖ ਰੱਖ ਰਿਹਾ, ਥੋੜੀ ਜਿਹੀ ਵਿਚਾਰ ਸੰਖੇਪ ਕਰ ਰਿਹਾ। ਅੱਗੇ ਇਤਿਹਾਸ ਦੇ ਲਓ, ਪੜ੍ਹਾਈ ਦਾ ਹੰਕਾਰ ਲਾਲ ਚੰਦ ਪੰਡਤ ਨੂੰ ਵੀ ਸੀ, ਤੇ ਉਹਨੇ ਸੋਚਿਆ ਇਹ ਬੱਚੇ ਨੂੰ ਕੀ ਪਤਾ ਹੋਏਗਾ। ਪਰ ਜੋ ਗਿਆਨ ਮੇਰੇ ਬਾਲਾ ਪ੍ਰੀਤਮ 8ਵੇਂ ਨਾਨਕ ਨੂੰ ਸੀ, ਉਹ ਕਿਸ ਨੂੰ ਹੋ ਸਕਦਾ, ਉਹ ਕਿਸ ਨੂੰ ਹੋ ਸਕਦਾ। ਛੱਜੂ ਝੂਵਰ ਦੇ ਰਾਹੀਂ ਉਹਨੇ ਉਸ ਲਾਲਚੰਦ ਪੰਡਤ ਦਾ ਵੀ ਹੰਕਾਰ ਤੋੜਿਆ।
सानू पढ़ाई का बहुत हंकार है। जेड़े पढ़ाई दे हंकार दे विच है ना, फिर मैं बेनती करा, पढ़ाई का मकसद सी विद्या लेना, ते विद्या का मकसद सी उपकार करना। विद्या विचारी ता परोपकारी, पर अज दी विद्या, अज दा ज्ञान माल खिंच लो बस। पैसा कितना खिंचना, कितना नहीं करना। गवर्नमेंट के तौर पर इनकम टैक्स की चोरी किवें करनी है, हेरा फेरी किवें करनी है, आ फर्जी बिल किवें पाउणे आ। और ये फर्जी बिल ना राजनीति दुनिया च ते चलदे ही चलदे ने, समाजिक तौर पर भी चलते ने, अज धार्मिक दुनिया च भी बड़ा कुछ चल रहा है। जो बोलो सतनाम वाहिगुरू, आ गोलक की भी दुर्वरतों कर रहे लोग, जिन्होंने कहा सी गुरु की गरीब का मुंह गुरु की गोलक, गरीब तक नहीं पहुंच रहा। इतों पैसा है तो इतों पैसा है, नजायज वो बिल किवें पाउणे आ सिक्ख्या साडी अज दी पढ़ाई दिंदी है। ते इत्थे की है, लब लोभ ते हंकार, ते जिहड़े इस बिरती दे ने उन्हां लोकां वास्ते फिर बाणी ने कह दिता, लड़ो मूर्ख ने मूर्ख ने मूर्ख ने मूर्ख ने, पढ़िया मूर्ख आखिए जित लब लोभ अहंकार। कई बार सानू पढ़ाई का बड़ा बड़ा अहंकार है, और मेरे नाल तो बहुत कुछ होया 30-35 साल वीर जी। मैं अमरीका तो पढ़ के आया, पर हंकार भी कुट कुट के लैके नाल आया। फतेह नहीं बुलाओगे, हंकार है, निम्रता तो सीखी नहीं। मैं अमरीका तो मैं PhD की है, बड़े देश का नाम ला दो, और मैनू की पता गया भी है कि नहीं गया। गप गपौड़ मारने वाले हंकारी लोग, गुरु कृपा करे। इसे ढंग ने जिवें बैणी जी करते सी, एक पंडित सी बहुत बड़ा, गुरु अमरदास जी के चरणों च आया। ऐसे एक बैणी का तो मिसाल है ना, कई बैणी तुरे फिरते हैं। अज खास करके आ प्लेटफॉर्म बहुत अच्छा है सोशल मीडिया का ज्ञान वास्ते, पर इत्थे ते गंद का ज्ञान भी है ते सच का ज्ञान भी है। लैण वाला होवे सही, मिलता सारा कुछ है इथों प्लेटफॉर्म तो, सोशल मीडिया तो। और खास करके साडे ना चुंझ ज्ञानी, एक किताबी ज्ञानी, इधर उधर दी गल्लां लैके अनुभव ज्ञान किते विरलियां को होवेगा। जिन्होंने अनुभव तो ज्ञान मिलना, अनुभव भी एक निकी जी गल आ गई सामने। एक स्कूल दे विच माफ करना हिसाब है ना, जो पढ़ाई लिखाई, पढ़ाई क्यों, हिसाब किताब करने वास्ते। गणित का पढ़ाया जिवें हिसाब, ते जिवें गणित पढ़ाया जावे, ते उत्थे एक गल कीती जांदी, माना कि तुहाडे कोल 100 रुपये ने, ਇਹਦੇ ਚ ਇੰਨੇ ਖਰਚ ਹੋ ਜਾਣ ਤੇ ਕਿੰਨੇ ਬਚੇ, ਜਾਂ ਇਹਦੇ ਚ ਇੰਨੇ ਜੋੜ ਦਿਏ ਤੇ ਕਿੰਨੇ ਹੋ ਗਏ, ਹਿਸਾਬ ਹੈ ਨਾ। लेकिन अनुभव एक होर चीज है, हिसाब कुछ होर चीज। एक गणित की पढ़ाई करवा रहा सी स्कूल दे विच, वो कहता जी मनो कि 100 भेडां ने एक बाड़े च, एकदम एक भेड़ ने छाल मार के निकल गई, ते कितनियां भेडां बचियां? आम कहणगे 99, इको ही निकल गया ना। पर एक बच्चा से बड़ा, वो जांगली सी बच्चा, और आम करके पढ़ाई लिखाई का नहीं सी पता, पर अनुभव हैगा सी। उन्हें हथ किया, मास्टर जी मैं दस, आंदा दस बेटा, उम्मीद तो नहीं तेरे को, पर हाथ तो खड़ा करता दस। कहता एक भी नहीं, कहता हद होगी, मैनू तो पहले पता तू दस नहीं सकता, मैं तेन कहा 100 दे विचों एक निकली आ। वो कहता मैनू तेरे गणित का तो पता नहीं, पर मैनू अनुभव है, क्योंकि असं भेडा चारते हैं। भेड़ की एक चाल है, जो एक भेड़ गई ना सारिया भेडा चल जाएगी। उन्होंने अनुभवी ज्ञान है। ज्यादातर ना भेड़ चाल ज्यादा आ, जिन्होंने भेड़ चाल कहने हैं, क्योंकि भेडा की बिरती आ, उन्होंने अनुभव है। एक भेड़ ने छाल मारी ना तो सारिया भेडा जान गया रिसो रिसी, उत्थे एक नहीं निकली, सारिया निकल गई सी। इन्हों कहते अनुभवी ज्ञान, एक अखरी ज्ञान, एक अनुभवी ज्ञान। अनुभव वो बैणी वर्गे ऐसे अज भी बड़े पंडित तुरे पे, पंडित का अर्थ विद्वान होगा,
वो सोशल मीडिया ते वो ज्ञाना सो बड़े ने। धन गुरु नानक साहब के शब्द ना सांझ पाइए, समय की घाट। सतगुर कहते पढ़ पढ़ गड्डी लदीए, पढ़ पढ़ भरीए साथ। भावें धार्मिक ग्रंथ कोई भी होवे, माफ करना धन गुरु ग्रंथ साहब भी हो सकते हैं। पढ़िया आ पर विचारिया नहीं। तुसी एक अखर भी जे पढ़ लिया, एक शब्द भी पढ़ लिया ना, तो तुहाडे दर ते प्रवान हो जाएगा, वो मालक दे दर ते। एक अखर जो गुरमुख जापे, एक अखर की गल सी, पर साडे ते एक अखर भी नहीं बैठा। पढ़दे पढ़दे रट्टा ला के गुरु ग्रंथ साहब याद ते कर लिया, पढ़दे पढ़दे सुखमनी साहब याद ता कर ली, पर एक पदे ते भी नहीं तुरे असी। बस एहो हंकार आ उन्हां लोकां को। पढ़ पढ़ गड्डी लदीए, पढ़ पढ़ भरीए साथ। गड्डियां लद लियां, बड़ा कुछ कर लिया, फिर सोशल मीडिया की गल आई, समझाने वाले बड़ा कुछ समझा रहे। एक फोटो आ रही है, एक खोता है, खोता ते खोते ते सारे धार्मिक ग्रंथ लदे पे ने। सच जाने ये मन खोता धार्मिक ग्रंथां दा बोझ चुकी फिरदा मेरे वर्गा। मैं आ भी पढ़िया, मैं आ भी पढ़िया, धार्मिक ग्रंथां दा बोझ है, पर उन्हां धार्मिक ग्रंथां दा जो ज्ञान सी ना, वो मेरे पल्ले कख नहीं गा, वो मेरे पल्ले नहीं गा। धार्मिक ग्रंथां पढ़िया दा अज मसाला बड़िया देंदे ने। आ फलाने ग्रंथ की गल, आ ढींगड़े ग्रंथ की गल, और तू एक अखर ही मन लेनो किते हुक्म रजाई चलना। पहले बाबे नानक दी जपजी साहब की पहली पौड़ी का आखिरी शब्द ही हुक्म रजाई चलना साडा काम नहीं गा। साडा काम तो मसाला देनिया, प्रमाण देने। ऐसे धार्मिक ग्रंथां दा बोझ चुकी फिरदा एक खोता मन, पर मन दा किसी दी भी नहीं। सतगुरु जी कहते इन्ना कुछ पढ़ लिया, पढ़ पढ़ बेड़ी पाइए, पढ़ पढ़ गड्डिए खात। हुण जिवें गड्डियां दे गड्डे लदे सी, पहले गड्डे चलते हुंदे सी, अजकल तुहाडीआं कारां मोटरां ट्रक सब कुछ है। उदों तो गड्डे सी ना, गड्डे दे उत्ते लद के लैके जाना। इन्ने ग्रंथ, इन्ने ग्रंथ। ते हुण जे समुंदर पार करना तो गड्डे नूं दे विच पा नहीं सकदे, क्योंकि गड्डे दा होना नहीं। फिर उत्थे बेड़ी का जिक्र किया, कहते जे बेड़ियां दे विच भी लद दईए, बेड़ियां दे बेड़े भर जाण, पर इत्थे बस नहीं। पढ़ पढ़ गड्डिए खात, खाता खाता खत्ता कहते टोवा, ठेठ पंजाबी दे शब्द है। इन्ने ग्रंथ, इन्ने ग्रंथ, अगर टोवे दे टोवे जिहड़े खड्डे हैं ना वो भर दईए। इन्ने ग्रंथां दा हिसाब, इन्ना पढ़िया, इन्ना पढ़िया, इन्ना पढ़िया, और कई उम्र सारी सारी उम्र पढ़ते जिसका जिक्र करना। हुण मेरे बाबे नानक ने अगे सतगुरु कहते हैं पढ़ पढ़ बेड़ी पाइए, पढ़ पढ़ गड्डिए खात। पढ़ पढ़ के बेड़ियां दे बेड़े भर लगे, खत्तियां दे खत्ते पूर दईए। इत्थे बस नहीं। पढ़िए जेते बरस बरस, पढ़िए जेते मास। इन्ना पढ़दे, इन्ना पढ़दे, सालों साल पढ़ते रहते, पढ़ते रहते, और पढ़ाई का कोई अंत नहीं। जो पढ़िए जेते बरस बरस, सालां दे साल पढ़ाई हो रही है। पढ़िए जेते मास, महीनों के महीने पढ़ाई हो रही है। अगे चल के जिहड़ी गल कीती, पढ़िए जेती आरजा, पढ़िए जेते सास। आरजा माने उम्र। हुण जिन्नी जिन्नी जिसनूं मालक ने उम्र दित्ती है, ये उम्र ना तुहाडे हत्थ ना होर किसी दे, वो मालक दी जिन्नूं जिन्ना समा दिता है। आरबला जिन्ने तुहाडे आरजा आ, और जिन्ने तुहाडे सवास दिते ने, सवास सवास पढ़ते रहो, पढ़ते रहो, पढ़ते रहो। केवल एक कर्म है पढ़ना। तो माफ करना, जिवें संसार दा है ना, आ कोई मकैनिकी काम सिੱਖਦਾ ਸਕੂਟਰਾਂ ਦਾ, ਜਾਂ कोई घड़े बनाउंदा, सुनियार सोने चांदी दे घड़े ਉਹ गहने घड़ते ने। ते मालक ने ये पढ़ाई लिखाई नूं भी संसार दी कार कहता। कार पढ़ना गुणना संसार की कार है। कीर्तन बड़ा एक अमोलक सी, कीर्ति सिफत सलाह। अज दा कीर्तन भी साडा धंधा ही बन गया, कार ही आ, धंधा ही आ। अज तो बाद मैं कुछ नहीं कहांगा। साडा कीर्तन धंधा है, साडा धंधा एक काम है। कीर्ति नहीं हो रही, धंधा हो रहा। धंधा
ਅੱਜ ਕੀਰਤਨ ਵੀ ਧੰਦਾ ਆ ਤੇ ਕਥਾ ਵੀ ਧੰਦਾ, ਅਖੰਡ ਪਾਠ ਸਾਹਿਬ ਧੰਦਾ ਹੀ ਤਾਂ ਹੈ। ਪੜ੍ਹਦੇ ਤਾਂ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਹੀ ਹੈ ਨਾ, ਦੇ ਤੇ ਇੱਥੇ ਬੜੀਆਂ ਪਾਕ ਪਵਿੱਤਰ ਅਸੀਸਾਂ ਸੀ। ਇਹ ਸਾਰਾ ਕੁਝ, ਸਾਰਾ ਧਰਮ ਦੁਨੀਆ ਧੰਦਾ ਹੀ ਆ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਇੱਕ ਧੰਦਾ ਆ। ਜਿਵੇਂ ਜ਼ਿਮੀਦਾਰ ਧੰਦਾ, ਮਜ਼ਦੂਰੀ ਕਰਨੀ, ਇਹ ਧੰਦਾ ਆ, ਕਾਰ ਆ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ। ਪੜ੍ਹਨਾ ਕੀ ਸੀ ਤੇ ਕਰ ਕੀ ਰਹੇ ਅਸੀਂ, ਗੁਰੂ ਰਹਿਮਤ ਕਰੇ। ਤੇ ਸਤਿਗੁਰੂ ਜੀ ਨੇ ਜਿਹੜੀ ਗੱਲ ਕੀ ਅੱਗੇ ਸਤਿਗੁਰ ਬਖਸ਼ਿਸ਼ ਕਰਦੇ ਨੇ, ਬੜੀ ਅਹਿਮ, ਕਹਿਣ ਲੱਗੇ ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਜਿੰਨੀ ਆਰਜਾ ਆ ਉਮਰ ਆ ਉਹਨੇ ਪੜ੍ਹਦੇ ਰਹੀਏ, ਜਿੰਨੇ ਸਵਾਸ ਨੇ ਉਹਨੇ ਪੜ੍ਹਦੇ ਰਹੀਏ। ਅਖੀਰ ਦੇ ਵਿੱਚ ਜਿਹੜੀ ਗੱਲ ਦਾ ਫੈਸਲਾ ਕੀਤਾ, ਆਓ ਜਰਾ ਸਾਂਝ ਪਾਈਏ। ਪੜ੍ਹਨਾ ਸੀ, ਪੜ੍ਹਾਈ ਮਾੜੀ ਚੀਜ਼ ਨਹੀਂ ਗੀ। ਜੇ ਪੜ੍ਹੋਗੇ ਨਾ ਤੇ ਗਿਆਨ ਕਿਵੇਂ ਪ੍ਰਾਪਤ ਹੋਵੇਗਾ, ਗਿਆਨ ਮਾਨੇ ਰਸਤਾ ਕਿਵੇਂ ਮਿਲੇਗਾ। ਆ ਬੋਰਡ ਲਿਖਿਆ, ਇਧਰ ਨੂੰ ਤੁਸੀਂ ਜਾਣਾ ਆ ਅੰਬਾਲਾ, ਇਧਰ ਨੂੰ ਭਾਈ ਦਿੱਲੀ ਆ। ਜੇ ਤੁਸੀਂ ਪੜ੍ਹੇ ਲਿਖੇ ਨਹੀਂ ਜੋ, ਅਖਰੀ ਗਿਆਨ ਨਹੀਂਗਾ ਤੁਹਾਨੂੰ ਕੀ ਪਤਾ ਕਿੱਧਰ, ਔਰ ਉੱਥੇ ਕੋਈ ਹੋਰ ਦੱਸਣ ਵਾਲਾ ਵੀ ਨਾ ਹੋਵੇ। ਹੁਣ ਇਸ ਕਰਕੇ ਪੜ੍ਹਨਾ ਗੁਣਨਾ ਤੇ ਜ਼ਰੂਰੀ ਸੀ। ਆ ਸਾਡੇ ਨਾਲ ਬਹੁਤ ਕੁਝ ਹੋਇਆ। ਅੱਜ ਪੜ੍ਹਾਈ ਲਿਖਾਈ ਦਾ ਜ਼ਮਾਨਾ ਮੁਬਾਰਕ, ਚੰਗੀ ਗੱਲ ਆ, ਪਰ ਫਿਰ ਵੀ ਕਈ ਥਾਵਾਂ ਤੇ ਅੱਜ ਵੀ ਸਾਡੇ ਬਜ਼ੁਰਗ ਜਿਹੜੇ ਵਿਚਾਰੇ ਅਨਪੜ੍ਹ ਨੇ, ਤੁਹਾਡੇ ਬੱਚੇ ਦੀ ਚਿੱਠੀ ਆ ਜਾਵੇ ਨਾ, ਕਾਗਜ਼ ਪੱਤਰ, ਉਹ ਕਹਿੰਦੇ ਪਤਾ ਨਹੀਂ ਕੀ ਲਿਖਿਆ ਕੀ ਨਹੀਂ ਲਿਖਿਆ। ਔਰ ਪਹਿਲਾਂ ਕਿਤੇ ਤਾਰਾਂ ਆਉਂਦੀਆਂ ਸੀ ਨਾ, ਭਾਵੇਂ ਰਾਜੀ ਖੁਸ਼ੀ ਦੀ ਤਾਰ ਆ, ਇੱਕ ਐਂ ਡਰ ਹੁੰਦਾ ਸੀ ਤਾਰ ਆ ਗਈ ਪਤਾ ਨਹੀਂ ਕੀ ਹੋ ਗਿਆ, ਭੱਜੇ ਫਿਰਦੇ ਸੀ। ਉਹ ਜਿਹੜਾ ਤਾਰ ਪੜ੍ਹਨ ਜਾਣਦਾ ਸੀ ਨਾ, ਕਿ ਦੱਸ ਭਾਈ ਇੱਥੇ ਕੀ ਲਿਖਿਆ। ਹੁਣ ਆਪ ਪੜ੍ਹਿਆ ਹੋਵੇ ਤੇ ਪਤਾ ਲੱਗ ਜਾਵੇ ਨਾ, ਭਾਵੇਂ ਚ ਰਾਜੀ ਖੁਸ਼ੀ ਦੀ ਗੱਲ ਲਿਖੀ ਆ। ਪੜ੍ਹਨਾ ਬੜਾ ਜ਼ਰੂਰੀ ਹੈ। ਮਨ ਸਮਝਾਵਣ ਕਾਰਨ ਕੱਚੇ ਕੋ ਪੜ੍ਹੀਏ ਗਿਆਨ। ਇਹ ਧਾਰਮਿਕ ਗ੍ਰੰਥ ਇਸੇ ਕਰਕੇ ਸਾਡੀ ਝੋਲੀ ਚ ਪਾਏ ਸੀ, ਇਹ ਮੱਥੇ ਟੇਕਣ ਵਾਸਤੇ ਨਹੀਂ ਸੀ ਪਾਏ। ਇਹਨੂੰ ਪੜ੍ਹ, ਤੈਨੂੰ ਵਿਚਾਰ, ਇਹਨੇ ਰਸਤਾ ਕੀ ਦਿੱਤਾ ਤੈਨੂੰ, ਫਿਰ ਉਸ ਮੁਕਾਮ ਤੇ ਪਹੁੰਚ ਜਿਹੜਾ ਸਾਡਾ ਲਕਸ਼ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਉਸ ਨਾਮ ਨੂੰ ਸਮਝ, ਨਾਮ ਹੈ ਕੀ। ਅੱਜ ਸਾਨੂੰ ਲਾਈ ਲੱਗ ਹੋਰ ਪਾਸੇ ਵੀ ਲਾਈ ਜਾ ਰਹੇ ਆ। ਗੁਰੂ ਰਹਿਮਤ ਕਰੇ। ਅਖੀਰ ਦੇ ਵਿੱਚ ਜਿਹੜੀ ਗੱਲ ਕਹੀ, ਨਾਨਕ ਲੇਖੇ ਇੱਕ ਗੱਲ, ਹੋਰ ਹੋਵੇਂ ਝਖਣਾ ਝਾਕ। ਲੇਖੇ ਦੇ ਵਿੱਚ, ਹਿਸਾਬ ਕਿਤਾਬ ਦੇ ਵਿੱਚ ਉਹਦੇ ਦਰ ਤੇ ਇੱਕੋ ਗੱਲ ਪ੍ਰਵਾਨ ਹੈ, ਹੁਕਮ ਰਜਾਈ ਚੱਲਣਾ, ਉਹਦੀ ਰਜਾ ਚ ਚੱਲਣਾ। ਬਾਕੀ ਹੋਰ ਬਾਤਾਂ ਨੇ ਜਿਹੜੀਆਂ ਹੋਰ ਬੜਾ ਕੁਝ, ਇਹ ਹੋਮਾ ਆ, ਇਹ ਝਖਣਾ ਝਾਕ ਆ, ਝੱਖ ਮਾਰਨੀ। ਕਹਿੰਦੇ ਇਹ ਤਾਂ ਬੰਦਾ ਯਾਰ ਐਵੇਂ ਨਾ, ਇਹਦੀ ਗੱਲ ਚ ਕੋਈ ਤੱਤ ਨਹੀਂ, ਐਵੇਂ ਝੱਖਾਂ ਹੀ ਮਾਰ ਰਿਹਾ। ਝੱਖ ਮਾਰਨੀ, ਝੱਖ ਬੇਰਸਾ ਬੋਲਣਾ, ਮਿੱਠਿਆ ਬੋਲਣਾ, ਝੂਠ ਬੋਲਣਾ, ਕੌੜਾ ਬੋਲਣਾ, ਇਹ ਮਿੱਠਿਆ ਆ। ਵਿਅਰਥ ਬੋਲਣਾ, ਜਿਹਨੂੰ ਕਿਹਾ ਬਹੁਤਾ ਬੋਲਣ ਝੱਖਣ ਹੋਏ, ਇਹ ਝੱਖ ਮਾਰਨ ਵਾਲੀ ਗੱਲ ਆ। ਜੇ ਅਸੀਂ ਸਹਿਜ ਪਾਠ ਕਰਦੇ ਆ, ਇਹ ਗਿਆਨ ਪ੍ਰਾਪਤ ਨਹੀਂ ਕੀਤਾ, ਮਾਫ ਕਰਨਾ, ਉਹ ਸਹਿਜ ਪਾਠ ਵੇਖ ਤੁਹਾਡੇ ਝੱਖ ਹੋਵੇਗੀ, ਝੱਖ ਇੱਕ ਸਮਾਂ ਪਾਸ ਹੋਵੇਗਾ। ਪੜਿਆ ਸੀ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ। ਜੇ ਤਾਂ ਇਹਨੂੰ ਵੇਖ ਲਿਆ ਕਿ ਭਾਈ ਪਰਾਇਆ ਹੱਕ ਮੇਰੇ ਵਾਸਤੇ ਸੂਰ ਹੈ ਤੇ ਉਹਦੇ ਵਾਸਤੇ ਗਾਂ ਆ, ਤੇ ਜੇ ਤੇ ਤੁਰ ਪਏ ਤੁਹਾਡਾ ਪੜਿਆ ਸਫਲ ਆ, ਨਹੀਂ ਤੇ ਝਾਕੀ ਮਾਰੀ ਹੈ, ਟਾਈਮ ਪਾਸ ਹੀ ਕੀਤਾ, ਇਹ ਤੋਂ ਵੱਧ ਕੁਝ ਵੀ ਨਹੀਂ। ਸਤਿਗੁਰ ਕਹਿੰਦੇ ਨੇ ਨਾਨਕ ਲੇਖੇ ਇੱਕ ਗੱਲ, ਹੋਰ ਹੋਵੇਂ ਝਖਣਾ ਝਾਕ। ਝੱਖ ਮਾਰਨੋਂ ਗੱਲ ਵਾਲੀ ਆ, ਵਿਅਰਥ ਬੋਲਣਾ ਆ, ਇਹਦੇ ਤੋਂ ਵੱਧ ਕੁਝ ਵੀ ਨਹੀਂਗਾ। ਸੋ ਬੇਨਤੀ, ਗੁਰੂ ਨਾਨਕ ਦੇ ਘਰ ਨੂੰ ਸਮਝ ਗਏ, ਉਹਨੂੰ ਸਮਝ ਕੇ ਆਪਣੇ ਜੀਵਨ ਚ ਢਾਲੀਏ, ਵਿਚਾਰੀਏ, ਉਹ ਵਿਵੇਕ ਲਈਏ ਕਿ ਦੀਜੇ ਬੁੱਧ ਵਿਵੇਕਾ। ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਚੰਗੇ ਮਾੜੇ ਦੀ ਪਛਾਣ ਕਰੀਏ, ਲਾਈ ਲੱਗ ਨਾ ਬਣੀਏ ਕਿ ਜਿਵੇਂ ਕਿਸੇ ਨੇ ਕਹਿਤਾ ਉਵੇਂ ਮੰਨ ਲਿਆ। ਇਸ ਬੇਨਤੀ ਨੂੰ ਪ੍ਰਵਾਨ ਕਰੋ। ਤਾਂ ਆਓ ਗੁਰੂ ਨਾਨਕ ਦੇ ਘਰ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਨੂੰ ਵੀ ਇਹ ਸੂਝ ਤੇ ਗਿਆਨ ਦਿਓ। ਵਾਸਤਵਿਕ ਅਸੀਂ ਅੰਨੇ ਆ, ਅੰਨੇ ਤੋਂ ਮਤਲਬ ਅਗਿਆਨੀ ਹੈ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰੂ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ
ਪਾਲੀ। ਅੱਜ ਸੁਖਮਨੀ ਸਾਹਿਬ ਦੇ ਰੱਟੇ ਬੜੇ ਲੱਗ ਰਹੇ ਆ, ਖੰਡ ਪਾਠ ਸਹਿਜ ਪਾਠ ਬੜੇ ਚੱਲ ਰਹੇ ਆ, ਪਰ ਸਾਡੀ ਹਾਲਾਤ ਕੀ ਹੋ ਰਹੀ ਆ? ਮੈਂ ਨਿੱਕੀ ਜੀ ਗੱਲ ਕਹਿ ਕੇ ਸਮਾਪਤੀ ਵੱਲ ਜਾਵਾਂ। ਕੋਈ ਤੋਤੇ ਸੀ, ਤੋਤੇ ਪੰਛੀ। ਇੱਕ ਵਿਦਵਾਨ ਬੰਦਾ ਤੁਹਾਡੇ ਵਰਗਾ ਪੰਡਤ ਸਿਆਣਾ ਕਹਿੰਦਾ ਇਹਨਾਂ ਤੋਤਿਆਂ ਨੂੰ ਮੈਂ ਸਮਝਾ ਦਵਾਂ। ਮੈਨੂੰ ਅੱਜ ਪਤਾ ਲੱਗਾ ਸ਼ਿਕਾਰੀ ਆਏਗਾ, ਦਾਣਾ ਪਾਏਗਾ, ਜਾਲ ਵਿਛਾਏਗਾ, ਤੁਸੀਂ ਨਹੀਂ ਖਾਣਾ। ਉਹ ਕਹਿੰਦੇ ਯਾਦ ਕਰ ਲਈ ਕਿਤੇ ਭੁੱਲ ਨਾ ਜਾਈਏ ਅਸੀਂ ਕਿਤੇ। ਤੋਤਿਆਂ ਨੇ ਰੱਟਾ ਸ਼ੁਰੂ ਕਰਤਾ, शिकारी आएगा, जाल विछाएगा, दाना पाएगा, नहीं खाना। समय दे नाल शिकारी भी आया, जाल भी विछाया, दाना भी पाया, ते साडे वर्गे तोते ना नाले गा रहे ने ते नाले खा रहे ने। वो जाल दे विच फसे भी, जाल दे विच भी नाल नाल गा रहे आ ते नाले जाल च फसे आ ते चोगा भी खा रहे आ। सुखमनी साहब पढ़े सी, गुर का सिख विकार ते हट। विकार तो किन्ने घटे ने भला? बस एको पता पढ़ दो, दूजे पढ़ने की लोड़ ही नहीं। पढ़िया तो कई बार आया, पढ़िया सी हुक्म रजाई चलना, किन्ने हुक्म ने चले आ। पढ़िया सी, याद कर ली है ना बाणी नूं, और चंगी गल है याद करनी, तो माड़ी गल नहीं। भुले ना सानू हक पराया नानका उस सूर गाय। किन्निया किने पराया हक छड्डिया। भावें जो मर्जी मिलता हो ना, अज किसी भी डिपार्टमेंट च कहते उत्तों की आ, उत्तों की आ, उतली पहला पूछते हैं, थले की भावें घट हो तो उतली की आ, उत्तों की मिलता है? पराया हक। पराया हक तो सारिਆਂ ਦੀ नजर है। किते ये गल पढ़ी होवे ते साडा जीवन बन जाए, हक हलाल दी खा के ये जीवन गुजार लीए। इतनियां बेनतियां प्रवान बाबे नानक दे चरना च बेनती, हम अंधले अंध बिखे बिखराते, क्यों चाले गुरु चाली, सतगुरु दया करे सुख दाता, हम लावे आपन पाली, विसर नाही दातार, अपना नाम देहो, गुण गावां दिन रात नानक चाओ। इतनियां बेनतियां प्रवान, गलतियां भुलां दी खिमा, गुरफतेह दी सांझ। आप सब दा धन्नवाद। जी आया। वाहिगुरु जी का खालसा, वाहिगुरु जी की।